ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਪੋਲਿਟੀ ਦੀ ਜੋ ਸੀਰੀਜ਼ ਹੈ ਉਸ ਨੂੰ ਅੱਗੇ ਵਧਾਵਾਂਗੇ, ਜੋ ਕਿ ਤੁਹਾਨੂੰ ਆਉਣ ਵਾਲੇ ਪੇਪਰ ਜਿਵੇਂ ਕਿ ਪਟਵਾਰੀ, ਤਹਿਸੀਲਦਾਰ, ਫੋਰੈਸਟ ਦੇ ਵਿੱਚ ਪੋਸਟ ਆਈਆਂ ਸੀ ਉਹਦਾ ਵੀ ਪੇਪਰ ਆਊਗਾ ਮਹੀਨੇ ਜਾਂ ਡੇਢ ਮਹੀਨੇ ਤੱਕ, ਜਦੋਂ ਵੀ ਮਤਲਬ ਸਿਚੁਏਸ਼ਨ ਬਣਦੀ ਹੈ। ਅਤੇ ਹੋਰ ਵੀ ਪੰਜਾਬ ਦੇ ਜਿੰਨੀਆਂ ਕੁ ਵੀ ਪੋਸਟ ਆਉਣਗੀਆਂ ਜਾਂ ਕੋਆਪਰੇਟਿਵ ਬੈਂਕ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ, ਤਾਂ ਇਹ ਵੀਡੀਓ ਹੈ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਮਦਦ ਦੇਵੇਗੀ। ਇਸ ਦੇ ਵਿੱਚ ਬੇਸਿਕਲੀ ਇਹ ਨਹੀਂ ਹੁੰਦਾ ਵੀ ਮੈਂ ਸਿੰਪਲ ਕੁਐਸਚਨ ਹੀ ਕਰਾ ਕੇ ਅਤੇ ਤੁਹਾਨੂੰ ਆਨਸਰ ਦੇ ਕੇ ਸਿੱਧਾ ਜਾ ਵੜਾਂ। ਇਹ ਮੇਰਾ ਮੈਥਡ ਨਹੀਂ ਹੈਗਾ ਟੀਚ ਕਰਨ ਦਾ। ਤਾਂ ਮੈਨੂੰ ਇਹ ਹੁੰਦਾ ਵੀ ਮੈਂ ਜਿੰਨੀ ਕੁ ਜ਼ਿਆਦਾ ਇਨਫੋਰਮੇਸ਼ਨ ਦੇ ਸਕਾਂ ਅਤੇ ਤੁਸੀਂ ਕੀ ਹੈ ਇੰਨੀ ਕੁ ਜ਼ਿਆਦਾ ਰਿਵੀਜ਼ਨ ਕਰ ਲਓ ਕਿ ਤੁਹਾਡੇ ਰੱਟ ਜੇ ਚੀਜ਼ ਹਰੇਕ ਚੀਜ਼। ਠੀਕ ਹੈ ਜੀ। ਆਪਾਂ ਜਿਹੜਾ ਆਫਲਾਈਨ ਵੀ ਤਿਆਰੀ ਕਰਵਾਉਂਦੇ ਹਾਂ ਅਤੇ ਔਨਲਾਈਨ ਤਾਂ ਆਪਣਾ ਚੱਲਦਾ ਹੀ ਹੈ। ਅਤੇ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਕੰਪਿਊਟਰ ਦੇ ਨਾਲ ਸੰਬੰਧਿਤ ਜਿਹੜੀਆਂ ਵੀਡੀਓਜ਼ ਨੇ ਉਹ ਵੀ ਦੇਖ ਸਕਦੇ ਹੋ, ਤੁਹਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਮਿਲੂਗੀ। ਤਾਂ ਚੱਲਦੇ ਹਾਂ ਆਪਾਂ ਪਹਿਲੇ ਕੁਐਸਚਨ ਦੇ ਵੱਲ। ਹੂ ਅਪੋਇੰਟਸ ਗਵਰਨਰ? ਗਵਰਨਰ ਨੂੰ ਕੌਣ ਅਪੋਇੰਟ ਕਰਦਾ ਹੈ? ਤਾਂ ਇਹਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਹੈਗਾ ਆਪਸ਼ਨ ਬੀ, ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਹੈ ਜਿਹੜਾ ਉਹ ਕੀ ਕਰਦਾ ਜੀ, ਗਵਰਨਰ ਨੂੰ ਕੀ ਕਰਦਾ ਜੀ, ਅਪੋਇੰਟ ਕਰਦਾ ਹੈ। ਠੀਕ ਹੈ ਜੀ। ਪ੍ਰੈਜ਼ੀਡੈਂਟ ਐਟ ਪ੍ਰੈਜ਼ੈਂਟ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਕੌਣ ਹੈ ਜੀ, ਤਾਂ ਤੁਸੀਂ ਜਵਾਬ ਦਿਓਗੇ ਰਾਮਨਾਥ ਕੋਵਿੰਦ ਹੈ ਜੀ। ਠੀਕ ਹੈ, ਧਿਆਨ ਰੱਖਿਓ। ਪ੍ਰੈਜ਼ੀਡੈਂਟ ਦੇ ਨਾਲ ਸੰਬੰਧਿਤ ਤੁਸੀਂ 4 ਆਰਟੀਕਲ ਪੇਪਰ ਦੇ ਵਿੱਚ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਪੁੱਛ ਸਕਦਾ, ਯਾਦ ਰੱਖਣੇ ਨੇ। 52 ਨੰਬਰ ਆਰਟੀਕਲ, 54 ਨੰਬਰ ਆਰਟੀਕਲ, 58 ਨੰਬਰ ਆਰਟੀਕਲ, 61 ਨੰਬਰ ਆਰਟੀਕਲ। 52 ਦੇ ਵਿੱਚ ਕੀ ਲਿਖਿਆ ਹੋਇਆ ਜੀ, ਦੇਅਰ ਸ਼ੈਲ ਬੀ ਪ੍ਰੈਜ਼ੀਡੈਂਟ ਆਫ ਇੰਡੀਆ। ਭਾਰਤ ਦਾ ਇੱਕ ਪ੍ਰੈਜ਼ੀਡੈਂਟ ਹੋਵੇਗਾ। ਕਿਹੜੇ ਆਰਟੀਕਲ 'ਚ ਲਿਖਿਆ ਹੋਇਆ ਜੀ, 52 ਨੰਬਰ ਆਰਟੀਕਲ 'ਚ। 54 ਦੇ ਵਿੱਚ ਕੀ ਲਿਖਿਆ ਹੋਇਆ ਜੀ, ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਮਤਲਬ ਉਹਨੂੰ ਚੁਣਿਆ ਕਿਵੇਂ ਜਾ ਸਕਦਾ। ਤਾਂ ਚੁਣਨ ਦੀ ਜਿਹੜੀ ਵਿਧੀ ਹੈ ਉਹ ਮੈਂ ਤੁਹਾਨੂੰ ਥੋੜ੍ਹੀ ਜਿਹੀ ਦੱਸ ਦਿੰਦਾ। ਇਲੈਕਟਡ ਮੈਂਬਰ ਆਫ ਲੋਕ ਸਭਾ ਹੁੰਦੇ ਨੇ, ਇਲੈਕਟਡ ਮੈਂਬਰ ਆਫ ਰਾਜ ਸਭਾ ਹੁੰਦੇ ਨੇ। ਠੀਕ ਹੈ ਜੀ। ਇਲੈਕਟਡ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀਜ਼ ਆਫ ਦਾ ਸਟੇਟਸ ਐਂਡ 2 UTs, 2 UTs ਦੇ ਜਿਹੜੇ ਮਤਲਬ ਮੈਂਬਰਸ ਨੇ ਲੈਜਿਸਲੇਟਿਵ ਅਸੈਂਬਲੀ ਦੇ, ਉਹ ਪਾਰਟੀਸਪੇਟ ਕਰਦੇ ਨੇ। ਕਿਹੜੇ ਕਿਹੜੇ ਜੀ, ਦਿੱਲੀ ਅਤੇ ਪੁਡੂਚੇਰੀ। ਠੀਕ ਹੈ ਜੀ, ਗੱਲ ਇਹ ਯਾਦ ਰੱਖਿਓ। ਅਤੇ ਨੋਮੀਨੇਟ ਮੈਂਬਰਸ ਨੇ, ਪੇਪਰ ਦੇ ਵਿੱਚ ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ। ਨੋਮੀਨੇਟ ਮੈਂਬਰਸ ਨੇ ਜਿਹੜੇ ਉਹ ਪਾਰਟੀਸਪੇਟ ਨਹੀਂ ਕਰਦੇ ਹੈਗੇ ਰਾਸ਼ਟਰਪਤੀ ਦੀ ਇਲੈਕਸ਼ਨ ਦੇ ਵਿੱਚ। ਠੀਕ ਹੈ ਜੀ। 58 ਨੰਬਰ ਜਿਹੜਾ ਆਰਟੀਕਲ ਹੈ ਉਹ ਦੱਸਦਾ ਜੀ ਸਾਨੂੰ ਕੁਆਲੀਫਿਕੇਸ਼ਨ 'ਤੇ। ਠੀਕ ਹੈ ਜੀ। ਤਾਂ ਕੁਆਲੀਫਿਕੇਸ਼ਨ ਕੀ ਚਾਹੀਦੀ ਹੁੰਦੀ ਆ, ਉਹ ਲੋਕ ਸਭਾ ਦਾ ਮੈਂਬਰ ਹੋਣਾ ਚਾਹੀਦਾ ਹੈ, ਸਿਟੀਜ਼ਨ ਆਫ ਇੰਡੀਆ ਹੋਣਾ ਚਾਹੀਦਾ ਹੈ। ਮਿਨੀਮਮ ਏਜ ਪੇਪਰ 'ਚ ਪੁੱਛੀ ਜਾਂਦੀ ਹੈ, ਤਾਂ ਕਿੰਨੀ ਚਾਹੀਦੀ ਹੈ ਜੀ ਪ੍ਰੈਜ਼ੀਡੈਂਟ ਵਾਸਤੇ, 35 ਸਾਲ ਚਾਹੀਦੀ ਹੈ। ਠੀਕ ਹੈ ਜੀ। ਧਿਆਨ ਰੱਖਿਓ। ਮੈਕਸੀਮਮ ਏਜ ਪੁੱਛੇ ਤਾਂ ਮੈਕਸੀਮਮ ਏਜ ਹੈ ਜਿਹੜੀ ਉਹ ਨੋਟ ਪ੍ਰੈਸਕ੍ਰਾਈਬਡ ਹੈ, ਦੱਸੀ ਨਹੀਂ ਗਈ ਹੈਗੀ, ਕੋਈ ਮੈਕਸੀਮਮ ਏਜ ਨਹੀਂ ਹੈਗੀ। 61 ਨੰਬਰ ਆਰਟੀਕਲ ਸਿੱਧਾ ਪੇਪਰ ਦੇ ਵਿੱਚ ਆਇਆ ਹੋਇਆ ਜੀ। ਤਾਂ ਬਹੁਤ ਸਾਰੇ ਪੇਪਰਾਂ 'ਚ ਦੇਖਣ ਨੂੰ ਮਿਲ ਜੂ, ਇੰਪੀਚਮੈਂਟ ਆਫ ਪ੍ਰੈਜ਼ੀਡੈਂਟ। ਇੰਪੀਚਮੈਂਟ ਦਾ ਮਤਲਬ ਕੀ ਹੁੰਦਾ ਜੀ, ਹਟਾਇਆ ਕਿਵੇਂ ਜਾ ਸਕਦਾ ਹੈ ਰਾਸ਼ਟਰਪਤੀ ਨੂੰ। ਠੀਕ ਹੈ ਜੀ। ਹੋਰ ਤੁਹਾਨੂੰ ਮੈਂ ਇਸ ਦੇ ਬਾਰੇ ਇਨਫੋਰਮੇਸ਼ਨ ਕੀ ਦੇ ਸਕਦਾ, ਉਹ ਇਹ ਦੇ ਸਕਦਾ ਜੀ ਕਿ ਅਟੋਰਨੀ ਜਨਰਲ ਆਪਸ਼ਨ ਦੇ ਵਿੱਚ ਪਿਆ ਜੀ। ਤਾਂ ਅਟੋਰਨੀ ਜਨਰਲ ਦੇ ਨਾਲ ਸੰਬੰਧਿਤ ਗੱਲਾਂ ਨੇ ਜਿਹੜੀਆਂ ਉਹ ਕੀ ਨੇ ਜੀ, ਆਰਟੀਕਲ 76 ਪੇਪਰ ਦੇ ਵਿੱਚ ਪੁੱਛ ਲੂ। ਆਰਟੀਕਲ 76 ਕਿਹਦੀ ਗੱਲ ਕਰਦਾ ਜੀ, ਤਾਂ ਉਹ ਕਿਹਦੀ ਗੱਲ ਕਰਦਾ, ਅਟੋਰਨੀ ਜਨਰਲ ਦੀ ਗੱਲ ਕਰਦਾ। ਪੇਪਰ 'ਚ ਪੁੱਛ ਲੈਂਦੇ ਆ ਸਾਡਾ ਪਹਿਲਾ ਅਟੋਰਨੀ ਜਨਰਲ ਕੌਣ ਸੀ, ਤਾਂ ਤੁਸੀਂ ਕਹੋਗੇ ਜੀ MC ਸਟੈਲਾਬਾਦ। MC ਸਟੈਲਾਬਾਦ ਸੀਗਾ। ਐਟ ਪ੍ਰੈਜ਼ੈਂਟ ਪੁੱਛ ਲਏ ਪੇਪਰ ਦੇ ਵਿੱਚ, ਐਟ ਪ੍ਰੈਜ਼ੈਂਟ ਕੌਣ ਹੈ ਜੀ, ਤਾਂ ਉਹ ਹੈਗੇ ਨੇ ਜੀ ਕੇ ਵੇਣੂਗੋਪਾਲ। ਠੀਕ ਹੈ ਜੀ। ਤਾਂ ਤੁਸੀਂ ਯਾਦ ਰੱਖਣਾ ਹੈ। ਪ੍ਰਾਈਮ ਮਿਨਿਸਟਰ ਦਾ ਜਿਹੜਾ ਆਰਟੀਕਲ ਆ ਉਹ ਕਿਹੜਾ ਆਰਟੀਕਲ ਹੈ ਜੀ, 75 ਨੰਬਰ ਆਰਟੀਕਲ ਹੈ। ਠੀਕ ਹੈ ਜੀ। ਪ੍ਰਾਈਮ ਮਿਨਿਸਟਰ ਦੇ ਬਾਰੇ ਆਪਾਂ ਐਟ ਪ੍ਰੈਜ਼ੈਂਟ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਨੇ ਉਹ ਕੌਣ ਨੇ ਜੀ, ਨਰਿੰਦਰ ਮੋਦੀ ਨੇ ਜੀ। ਪ੍ਰਾਈਮ ਮਿਨਿਸਟਰ ਹੈ ਜਿਹੜਾ ਉਹ ਐਕਸ ਅਫੀਸ਼ੀਓ, ਪੇਪਰ ਦੇ ਵਿੱਚ ਬਹੁਤ ਆਇਆ ਪੁੱਛਦਾ ਪੇਪਰ ਦੇ ਵਿੱਚ, ਐਕਸ ਅਫੀਸ਼ੀਓ ਚੇਅਰਮੈਨ ਹੁੰਦਾ ਜੀ ਕਾਹਦਾ, ਪਲੈਨਿੰਗ ਕਮਿਸ਼ਨ ਦਾ। ਠੀਕ ਹੈ ਜੀ। ਜਿਹੜਾ ਕਿ ਹੁਣ ਨਾਮ ਚੇਂਜ ਕਰਕੇ ਕੀ ਬਣਾ ਦਿੱਤਾ ਗਿਆ ਜੀ, ਨੀਤੀ ਆਯੋਗ ਬਣਾ ਦਿੱਤਾ ਗਿਆ। ਠੀਕ ਹੈ ਜੀ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਮਿਨਿਸਟਰਸ ਆਰ ਇੰਡੀਵਿਜੂਅਲੀ ਰਿਸਪੋਂਸੀਬਲ ਟੂ। ਠੀਕ ਹੈ ਜੀ। ਤਾਂ ਇਹ ਬੇਸਿਕਲੀ ਸੈਂਟਰ ਲੈਵਲ 'ਤੇ ਕੁਐਸਚਨ ਪੁੱਛਦਾ ਹੁੰਦਾ। ਸੈਂਟਰ ਲੈਵਲ ਦੇਖੋ, ਸੈਂਟਰ ਲੈਵਲ ਅਤੇ ਸਟੇਟ ਲੈਵਲ ਦੋਨੇ ਇੱਕੋ ਹੀ ਗੱਲਬਾਤ ਹੁੰਦੀ ਹੈ। ਜਿਵੇਂ ਸੈਂਟਰ ਦੇ ਵਿੱਚ ਆਪਣੀ ਲੋਕ ਸਭਾ ਅਤੇ ਰਾਜ ਸਭਾ ਹੁੰਦੀ ਹੈ, ਉਵੇਂ ਸਟੇਟ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਅਤੇ ਲੈਜਿਸਲੇਟਿਵ ਕੌਂਸਲ ਹੁੰਦੀ ਹੈ। ਫਿਰ ਆਪਾਂ ਕੁਐਸਚਨ 'ਤੇ ਵੀ ਆਵਾਂਗੇ। ਠੀਕ ਹੈ ਜੀ। ਤਾਂ ਜਿਹੜਾ
ਸੈਂਟਰ ਦੇ ਵਿੱਚ ਜਿਵੇਂ ਮਿਨਿਸਟਰਸ ਹੁੰਦੇ ਨੇ ਤਾਂ ਉਵੇਂ ਹੀ ਸਟੇਟ ਦੇ ਵਿੱਚ ਵੀ ਮਿਨਿਸਟਰਸ ਹੁੰਦੇ ਨੇ, ਕੈਬਨਿਟ ਰੈਂਕ ਦੇ ਹੁੰਦੇ ਨੇ ਸੈਂਟਰ ਦੇ ਵਿੱਚ ਵੀ ਅਤੇ ਸਟੇਟ ਦੇ ਵਿੱਚ ਵੀ। ਠੀਕ ਹੈ ਜੀ। ਤਾਂ ਹੁਣ ਇਹਦੇ ਪੇਪਰ ਦੇ ਵਿੱਚ ਪੁੱਛਦਾ ਜੀ ਇਹ ਤੁਹਾਨੂੰ ਕਿ ਮਿਨਿਸਟਰਸ ਆਰ ਇੰਡੀਵਿਜੂਅਲੀ, ਜਦੋਂ ਇਕੱਲੇ ਇੰਡੀਵਿਜੂਅਲੀ ਦਾ ਮਤਲਬ ਹੁੰਦਾ ਜੀ ਇਕੱਲੇ ਕਿਹਨੂੰ ਰਿਸਪੋਂਸੀਬਲ ਹੋਣਗੇ, ਤਾਂ ਤੁਸੀਂ ਜਵਾਬ ਲਾਉਣਾ ਜਿਹੜਾ ਉਹ ਕੀ ਲਾਉਣਾ ਜੀ, ਪ੍ਰੈਜ਼ੀਡੈਂਟ ਲਾਉਣਾ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਮਝਾਉਣਾ, ਤਾਂ ਇਹਦਾ ਜਿਹੜਾ ਸਹੀ ਜਵਾਬ ਆਉਣਾ ਜੀ ਉਹ ਕੀ ਆਉਣਾ ਜੀ, ਪ੍ਰੈਜ਼ੀਡੈਂਟ ਆਉਣਾ। ਜੇ ਇੱਥੇ ਪੁੱਛਦਾ ਜੀ ਕਲੈਕਟਿਵਲੀ, ਪੇਪਰ 'ਚ ਤੁਹਾਨੂੰ ਪੁੱਛ ਲਏ ਕਿ ਮਿਨਿਸਟਰਸ ਨੇ ਜਿਹੜੇ ਕਲੈਕਟਿਵਲੀ ਕਿਹਨੂੰ ਰਿਸਪੋਂਸੀਬਲ ਨੇ, ਤਾਂ ਉਹ ਲੋਕ ਸਭਾ ਨੂੰ ਰਿਸਪੋਂਸੀਬਲ ਨੇ। ਠੀਕ ਹੈ ਜੀ ਗੱਲ। ਇਹੀ ਪ੍ਰੋਸੀਜਰ ਹੈ ਜਿਹੜਾ ਉਹ ਸਟੇਟ ਲੈਵਲ 'ਤੇ ਵੀ ਲਾਗੂ ਹੋਊਗਾ। ਠੀਕ ਹੈ। ਪ੍ਰੈਜ਼ੀਡੈਂਟ ਦੇ ਬਾਰੇ ਮੈਂ ਤੁਹਾਨੂੰ ਇਦੋਂ ਪਹਿਲਾਂ ਦੱਸ ਹੀ ਚੁੱਕਿਆ ਜੀ, 52 ਨੰਬਰ ਆਰਟੀਕਲ, 54 ਨੰਬਰ ਆਰਟੀਕਲ, 58 ਨੰਬਰ ਆਰਟੀਕਲ ਅਤੇ 61 ਨੰਬਰ ਆਰਟੀਕਲ ਯਾਦ ਰੱਖਣਾ। 52 ਦੇ ਵਿੱਚ ਕੀ ਹੈ, ਦੇਅਰ ਸ਼ੈਲ ਬੀ ਪ੍ਰੈਜ਼ੀਡੈਂਟ ਆਫ ਇੰਡੀਆ। 54 ਦੇ ਵਿੱਚ ਕੀ ਹੈ ਜੀ, ਇਲੈਕਸ਼ਨ ਆਫ ਪ੍ਰੈਜ਼ੀਡੈਂਟ। 58 ਦੇ ਵਿੱਚ ਕੀ ਹੈ ਜੀ, ਕੁਆਲੀਫਿਕੇਸ਼ਨ ਹੈ। 61 ਦੇ ਵਿੱਚ ਕੀ ਹੈ ਜੀ, ਇੰਪੀਚਮੈਂਟ ਹੈ, ਉਹਨੂੰ ਹਟਾਇਆ ਕਿਵੇਂ ਜਾ ਸਕਦਾ ਹੈ। ਠੀਕ ਹੈ ਜੀ ਗੱਲ। ਹੁਣ ਆ ਗਈ ਗੱਲ ਆਪਸ਼ਨ ਸੀ ਦੀ, ਲੋਕ ਸਭਾ ਦੀ। ਲੋਕ ਸਭਾ ਦਾ ਮੈਂਬਰ ਬਣਨ ਦੇ ਲਈ ਪੇਪਰ 'ਚ ਪੁੱਛਿਆ ਜਾਂਦਾ ਕਿੰਨੀ ਏਜ ਆ ਜਿਹੜੀ ਮਿਨੀਮਮ ਚਾਹੀਦੀ ਹੈ, ਤਾਂ 25 ਸਾਲ ਆ ਜਿਹੜੀ ਉਹ ਕੀ ਚਾਹੀਦੀ ਹੈ, ਏਜ ਚਾਹੀਦੀ ਹੈ ਮਿਨੀਮਮ। ਠੀਕ ਹੈ। ਅਤੇ ਜੇ ਪੇਪਰ 'ਚ ਪੁੱਛ ਲਏ ਰਾਜ ਸਭਾ ਦੇ ਵਾਸਤੇ ਕਿੰਨੀ ਚਾਹੀਦੀ ਹੈ ਜੀ, ਮਿਨੀਮਮ ਏਜ 30 ਸਾਲ ਆ ਜਿਹੜੀ ਉਹ ਰਾਜ ਸਭਾ ਦਾ ਮੈਂਬਰ ਬਣਨ ਵਾਸਤੇ ਚਾਹੀਦੀ ਹੈ। ਠੀਕ ਹੈ ਜੀ ਗੱਲ। ਲੋਕ ਸਭਾ ਦੀਆਂ ਜਿਹੜੀਆਂ ਸਾਰਿਆਂ ਨਾਲੋਂ ਵੱਧ ਸੀਟਾਂ ਨੇ ਉਹ ਕਿਹਦੇ ਕੋਲ ਨੇ ਜੀ, ਯੂਪੀ ਕੋਲ ਨੇ। ਪੇਪਰ 'ਚ ਪੁੱਛਿਆ ਜਾਂਦਾ ਕਿੰਨੀਆਂ ਸੀਟਾਂ ਨੇ ਜੀ, 80 ਸੀਟਾਂ ਨੇ। ਠੀਕ ਹੈ ਜੀ ਗੱਲ। ਅਤੇ ਉਦੋਂ ਬਾਅਦ ਆ ਗਈ ਜੀ ਗੱਲ, ਆਪਾਂ ਗੱਲ ਕਰੀਏ ਜਿਹੜੀ ਹੁਣ ਲੋਕ ਸਭਾ ਚੱਲੀ ਜਾਂਦੀ ਹੈ, ਕਿਹੜੀ ਲੋਕ ਸਭਾ ਚੱਲੀ ਜਾਂਦੀ ਹੈ ਜੀ, 17ਵੀਂ ਲੋਕ ਸਭਾ ਚੱਲ ਰਹੀ ਹੈ। ਪੇਪਰ 'ਚ ਪੁੱਛਿਆ ਜਾਂਦਾ ਕਿ ਐਟ ਪ੍ਰੈਜ਼ੈਂਟ ਜਿਹੜੀ ਲੋਕ ਸਭਾ ਚੱਲਦੀ ਹੈ ਉਹ ਕਿਹੜੇ ਨੰਬਰ ਦੀ ਲੋਕ ਸਭਾ ਹੈ, ਤਾਂ 17ਵੀਂ ਲੋਕ ਸਭਾ ਹੈ। ਪੇਪਰ 'ਚ ਪੁੱਛਿਆ ਜਾਂਦਾ ਸਪੀਕਰ ਕੌਣ ਹੈ ਐਟ ਪ੍ਰੈਜ਼ੈਂਟ, ਤਾਂ ਤੁਸੀਂ ਕਹੋਗੇ ਜੀ ਓਮ ਬਿਰਲਾ ਜੀ। ਓਮ ਬਿਰਲਾ ਜਿਹੜੇ ਐਟ ਪ੍ਰੈਜ਼ੈਂਟ ਕੀ ਨੇ ਜੀ, ਲੋਕ ਸਭਾ ਦੇ ਸਪੀਕਰ ਨੇ। ਠੀਕ ਹੈ ਜੀ ਗੱਲ। ਧਿਆਨ ਰੱਖਿਓ। ਵਟ ਇਜ਼ ਦਾ ਆਰਟੀਕਲ ਆਫ ਕੰਟੀਜੈਂਸੀ ਫੰਡ ਆਫ ਇੰਡੀਆ। ਕੰਟੀਜੈਂਸੀ ਫੰਡ ਆਫ ਇੰਡੀਆ ਡਾਇਰੈਕਟ ਇੱਕ ਮਤਲਬ ਕੀ ਹੈਗਾ, ਪੇਪਰ ਦੇ ਵਿੱਚ ਆਰਟੀਕਲ ਨੰਬਰ ਪੁੱਛ ਲਿਆ ਜਾਂਦਾ। ਤਾਂ ਦੇਖੋ ਜੀ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਜੀ ਤੁਹਾਡਾ ਆਰਟੀਕਲ 267 ਇਹਦਾ ਸਹੀ ਆਨਸਰ ਹੈ। ਦੇਖੋ ਜੀ ਦੋ ਆਰਟੀਕਲ ਤੁਸੀਂ ਸਿੱਧੇ ਯਾਦ ਰੱਖਣੇ ਨੇ, ਇੱਕ ਹੈਗਾ ਜੀ ਕੰਸੋਲੀਡੇਟਡ ਫੰਡ ਆਫ ਇੰਡੀਆ। ਠੀਕ ਹੈ ਜੀ। ਇੱਕ ਹੈਗਾ ਜੀ ਕੰਟੀਜੈਂਸੀ ਫੰਡ ਆਫ ਇੰਡੀਆ। ਠੀਕ ਹੈ ਜੀ। ਕੰਟੀਜੈਂਸੀ ਫੰਡ ਆਫ ਇੰਡੀਆ ਦਾ ਆਰਟੀਕਲ ਮੈਂ ਤੁਹਾਨੂੰ ਦੱਸ ਚੁੱਕਿਆ ਜੀ 267 ਹੈ। ਕੰਸੋਲੀਡੇਟ ਫੰਡ ਆਫ ਇੰਡੀਆ ਦਾ ਆਰਟੀਕਲ ਪੁੱਛੇ ਤਾਂ ਕਿੰਨਾ ਹੈ ਜੀ 266 ਹੈ। ਪੇਪਰ 'ਚ ਇੱਕ ਕੁਐਸਚਨ ਪੁੱਛਿਆ ਜਾਂਦਾ ਜੀ ਕੰਸੋਲੀਡੇਟ ਫੰਡ ਆਫ ਇੰਡੀਆ ਦੀ ਜਿਹੜੀ ਅਥਾਰਟੀ ਹੁੰਦੀ ਹੈ ਇਹਦੇ ਵਿੱਚ ਮਤਲਬ ਬੇਸਿਕ ਜਿਹੜੀ ਪਰਮਿਸ਼ਨ ਹੁੰਦੀ ਹੈ ਪੈਸੇ ਕਢਾਉਣ ਦੀ। ਠੀਕ ਹੈ ਜੀ। ਕੰਸੋਲੀਡੇਟ ਫੰਡ ਆਫ ਇੰਡੀਆ 'ਚ ਹੁੰਦਾ ਕੀ ਹੈ, ਮਤਲਬ ਜਿੰਨੇ ਕੁ ਵੀ ਜ਼ਿਆਦਾ ਟੈਕਸ ਲਾਏ, ਜਿੰਨੇ ਕੁ ਮਤਲਬ ਟੈਕਸ ਘਟਾਏ। ਠੀਕ ਹੈ ਜੀ। ਉਹ ਸਾਰੀਆਂ ਚੀਜ਼ਾਂ ਕੀ 'ਚ ਲਿਖੀਆਂ ਹੁੰਦੀਆਂ ਨੇ, ਕੰਸੋਲੀਡੇਟ ਫੰਡ ਆਫ ਇੰਡੀਆ ਦੇ ਵਿੱਚ, ਜਿਹੜੇ ਕਿ ਆਰਟੀਕਲ 266 ਦੇ ਵਿੱਚ ਹੈ। ਤਾਂ ਇਹਦੀ ਜਿਹੜੀ ਅਥਾਰਟੀ ਹੁੰਦੀ ਹੈ ਉਹ ਕਿਹਦੇ ਕੋਲ ਹੁੰਦੀ ਹੈ ਜੀ, ਪਾਰਲੀਮੈਂਟ ਕੋਲ ਹੁੰਦੀ ਹੈ। ਪੇਪਰ ਦੇ ਵਿੱਚ ਬਹੁਤ ਪੁੱਛਿਆ ਜਾਂਦਾ ਹੈ, ਪਿਛਲੀ ਵਾਰ ਪੇਪਰ ਦੇ ਵਿੱਚ ਆਇਆ ਵੀ ਸੀਗਾ। ਠੀਕ ਹੈ ਜੀ। ਅਤੇ ਜੇ ਗੱਲ ਮੈਂ ਕਰਾਂ ਆਰਟੀਕਲ 267 ਦੀ, ਜਿਹਦੇ ਵਿੱਚ ਕੀ ਲਿਖਿਆ ਹੁੰਦਾ ਜੀ ਕੰਟੀਜੈਂਸੀ ਫੰਡ ਆਫ ਇੰਡੀਆ, ਤਾਂ ਜਿਹੜੀ ਇਹਦੀ ਅਥਾਰਟੀ ਆ ਉਹ ਕਿਹਦੇ ਕੋਲ ਹੁੰਦੀ ਹੈ ਜੀ, ਤਾਂ ਉਹ ਹੁੰਦੀ ਹੈ ਜੀ ਪ੍ਰੈਜ਼ੀਡੈਂਟ ਕੋਲੇ। ਠੀਕ ਹੈ ਜੀ। ਪ੍ਰੈਜ਼ੀਡੈਂਟ ਦੀ ਜਿਹੜੀ ਸੈਲਰੀ ਆ ਉਹ ਕਿੰਨੀ ਹੈ ਜੀ, 5 ਲੱਖ ਹੈ ਜੀ ਐਟ ਪ੍ਰੈਜ਼ੈਂਟ। ਠੀਕ ਹੈ। ਪ੍ਰੈਜ਼ੀਡੈਂਟ ਤੋਂ ਬਾਅਦ ਜਿਹੜੀ ਹੈਗੀ ਹੈ ਸੈਲਰੀ ਕਿਹਦੀ ਆਉਂਦੀ ਹੈ ਜੀ, ਗਵਰਨਰ ਦੀ ਆਉਂਦੀ ਹੈ, ਕਿੰਨੀ ਹੈ ਜੀ 4 ਲੱਖ। ਠੀਕ ਹੈ ਜੀ। ਪੇਪਰ 'ਚ ਤੁਹਾਨੂੰ ਪੁੱਛਣ ਫਸਟ ਸਿਟੀਜ਼ਨ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਜੀ, ਤਾਂ ਤੁਸੀਂ ਕਹੋਗੇ ਪ੍ਰੈਜ਼ੀਡੈਂਟ ਨੂੰ। ਠੀਕ ਹੈ ਜੀ ਗੱਲ। ਉਦੋਂ ਬਾਅਦ ਆਉਣੇ ਆਪਾਂ ਆਰਟੀਕਲ 214 ਅਤੇ 214 ਬਾਰੇ ਮੈਂ ਤੁਹਾਨੂੰ ਕੀ ਪੜ੍ਹਾ ਸਕਦਾ। ਦੇਖੋ ਜੀ ਆਰਟੀਕਲ 214 ਦੇ ਵਿੱਚ ਕੀ ਦੱਸਿਆ ਹੋਇਆ ਜੀ, ਹਾਈ ਕੋਰਟ ਦੇ ਬਾਰੇ ਦੱਸਿਆ ਹੋਇਆ। ਟੋਟਲ ਪੇਪਰ ਦੇ ਵਿੱਚ ਪੁੱਛ ਲੈਣ ਕਿੰਨੀਆਂ ਹਾਈ ਕੋਰਟਸ ਨੇ ਜੀ, ਤਾਂ 25 ਹਾਈ ਕੋਰਟਸ ਨੇ। ਇਦੋਂ ਪਹਿਲਾਂ ਕਿੰਨੀਆਂ ਸੀ ਜੀ, ਤਾਂ ਤੁਸੀਂ ਕਹੋਗੇ ਜੀ 24 ਸੀ। ਠੀਕ ਹੈ। ਜਿਹੜੀਆਂ ਉਦੋਂ ਪਹਿਲਾਂ ਕਿੰਨੀਆਂ ਸੀ ਜੀ, 21 ਸੀ। ਠੀਕ ਹੈ। ਤਾਂ ਦੇਖੋ ਤਿੰਨ ਤਰ੍ਹਾਂ ਦੇ ਕੁਐਸਚਨ ਬਣ ਸਕਦੇ, 21 ਤੋਂ 24 ਕਿਵੇਂ ਹੋਈਆਂ, ਬਸ ਤੁਹਾਨੂੰ 21 ਨਹੀਂ ਪੁੱਛੂਗਾ, 21 ਤੋਂ 24 ਵਾਲੀਆਂ ਪੁੱਛੂਗਾ ਕਿਹੜੀਆਂ ਕਿਹੜੀਆਂ ਸੀ ਜੀ, ਮਣੀਪੁਰ, ਤ੍ਰਿਪੁਰਾ ਅਤੇ ਮੇਘਾਲਿਆ ਦੀਆਂ ਜਿਹੜੀਆਂ 3 ਸੀਗੀਆਂ। ਠੀਕ ਹੈ। 21 ਤੋਂ 24 ਹੋ ਗਈਆਂ। 24 ਤੋਂ ਬਾਅਦ ਇੱਕ 25ਵੀਂ ਜਿਹੜੀ ਬਣੀ ਹੈ ਜੀ, ਉਹ ਕਿਹੜੀ ਬਣੀ ਹੈ ਜੀ, ਆਂਧਰਾ ਪ੍ਰਦੇਸ਼ ਹਾਈ ਕੋਰਟ। ਠੀਕ ਹੈ ਜੀ। ਹੁਣ ਤੁਹਾਨੂੰ ਮੈਂ ਹੋਰ ਦੱਸਦਾ ਜਿਹੜੀਆਂ ਹਾਈ ਕੋਰਟਸ ਨੇ ਉਹ ਕੀ ਹੋ ਸਕਦੀਆਂ ਜੀ, ਕਾਮਨ ਵੀ ਹੋ ਸਕਦੀਆਂ ਨੇ, ਕਾਮਨ ਹਾਈ ਕੋਰਟਸ ਵੀ ਹੋ ਸਕਦੀਆਂ ਨੇ, ਜਿਹੜੀਆਂ ਕਿ ਆਰਟੀਕਲ 231 ਦੇ ਵਿੱਚ ਦੱਸੀਆਂ ਹੋਈਆਂ ਨੇ। ਠੀਕ ਹੈ। ਤੁਹਾਨੂੰ ਮੈਂ ਹੋਰ ਇਹਦੇ ਡਿਟੇਲ ਦੇ ਵਿੱਚ ਕਰਾ ਦਿੰਦਾ ਕਿਵੇਂ। ਦੇਖੋ ਜੀ ਜਿਹੜੀਆਂ ਕਾਮਨ ਹਾਈ ਕੋਰਟਸ ਨੇ ਪੇਪਰ ਦੇ ਵਿੱਚ ਪੁੱਛ ਲੈਂਦਾ, ਜਿਵੇਂ ਤੁਹਾਨੂੰ ਪਤਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਾਮਨ ਹੈ ਜੀ। ਠੀਕ ਹੈ ਜੀ ਗੱਲ। ਤਾਂ ਇਹਦੀ ਬ੍ਰਾਂਚ ਕਿੱਥੇ ਹੈ ਜੀ, ਤਾਂ ਕਿਹੜੀ ਹੈ ਜੀ, ਇਹ ਚੰਡੀਗੜ੍ਹ ਦੇ ਵਿੱਚ।
ठीक है। तो इस तरह होर स्टेटां दी पुछदा पेपर दे विच आया होया क्वेश्चन है जी ये। तो देखो जी पुछ लैंदा वैस्ट बंगाल है जिहड़ा आपदी हाई कोर्ट किहदे नाल शेयर करदा है, तो तुसीं कहोगे जी अंडेमान एंड निकोबार आइलैंड दे नाल शेयर करदा है। ध्यान रखियो इहदा जिहड़ा नाम है जी वो कित्थे है जी, बेंच कित्थे है, कलकत्ता दे विच बेंच है। ठीक है जी। होर पुछ लैंदा पेपर दे विच महाराष्ट्र किहदे नाल शेयर करदा जी आपदी जिहड़ी हाई कोर्ट है वो करदा जी महाराष्ट्र गोवा दे नाल, दमन दीऊ दे नाल, ठीक है जी, दादर नगर हवेली दे नाल, ठीक है जी। तो इन्हां दे नाल महाराष्ट्र जिहड़ी आपदी हाई कोर्ट आ शेयर करदा है, तो इहदा नाम हैगा जी बॉम्बे हाई कोर्ट। ठीक है जी। ये गल तुसीं ध्यान दे विच रखनी है। होर पेपर दे विच पुछ लैण केरला किहदे नाल शेयर करदा जी आपदी हाई कोर्ट, केरला करदा जी लक्षद्वीप दे नाल। ठीक है। लक्षद्वीप की जो राजधानी पूछण तो की है जी कावारती है। ठीक है जी। होर भी दस सकदा तुहानूं मैं, देखो होर पुछ लैण तुहानूं तामिलनाडु है जिहड़ा आपदी हाई कोर्ट है किहदे नाल शेयर करदा है जी, तो तुसीं कहोगे जी पुडुचेरी दे नाल शेयर करदा है। ठीक है जी। पुडुचेरी बारे मैनूं गल याद आई है जी, पुडुचेरी है जिहड़ा दिल्ली ते पुडुचेरी दो इहो जिहियां यूनियन टैरेटरीज़ ने जिन्हां दे विच की है जी CM बनदा जिथे कि लैजिसलेटिव असैंबली है। ठीक है जी। दिल्ली तो मैनूं गल याद आई, दिल्ली देखो जी पहलां अपनी जिहड़ी कैपीटल हुंदी सी वो किहड़ी हुंदी सी जी, कलकत्ता हुंदी सी। कलकत्ता तो जिहड़ी दिल्ली शिफ्ट हुई जी, ये कदों हुई जी 1911 दे विच, पर यह बनी कदों 1912 दे विच। शिफ्ट 1911 च हुई है ते बनी मतलब 1912 दे विच। ठीक है जी। तो पेपर च पुछ लैंदा जदों जिहड़ी अपनी राजधानी है वो शिफ्ट करन वाला उदों वायसराय कौन सीगा, तो तुसीं कहोगे जी लॉर्ड हार्डिंग, HARDINGE। ठीक है जी। तो इन्नी क इन्फॉर्मेशन तुसीं इहदे बारे याद रखनी है। मैक्सीमम मैंबरस ऑफ लैजिसलेटिव काउंसिल, तो पेपर च पुछ लैंदा विधान परिषद, पंजाबी च कहने इहनूं आपां विधान परिषद। ठीक है जी। एक हुंदी है विधान सभा, ठीक है, स्टेट लैवल ते हुंदे आ। ठीक है। जिवें सेंटर 'च लोक सभा ते राज सभा हुंदी है, उवें स्टेट दे विच की हुंदे जी विधान सभा ते विधान परिषद, लैजिसलेटिव असैंबली ते लैजिसलेटिव काउंसिल। ठीक है। तो इहदा जिहड़ा सही आंसर है जी वो हैगा 1/3 ऑफ लैजिसलेटिव असैंबली। जिहड़ी विधान परिषद हुंदी है वो हमेशा 1/3 हिस्सा हुंदी है किहदा, LA का। LA मतलब लैजिसलेटिव असैंबली का। ठीक है जी। तो लैजिसलेटिव असैंबली स्टेट दे विच लोअर हाउस हुंदी है जी। ठीक है जी। तो होर सुन लो जी, जिमें लोक सभा दे विच उहदा मैंबर बनने वास्ते एक एज चाहिए 25 साल, उवें स्टेट दे विच लैजिसलेटिव असैंबली हुंदी है, सारा प्रोसीजर सेम है। ठीक है जी। तो लैजिसलेटिव असैंबली दे विच भी एज कितनी चाहिए है 25 साल, तो जे लैजिसलेटिव काउंसिल की गल करूँगा तो कितनी चाहिए है जी 30 साल। होर तुहानूं मैं इन्फॉर्मेशन दिना जिमें कि देखो जी पेपर च पुछ लैण सारिਆਂ नालों वध ਜਿਹੜੀਆਂ लैजिसलेटिव असैंबली की गल कर रहे हैं, सारिਆਂ नालों वध विधान सभा ਦੇ ਵਿੱਚ लैजिसलेटिव असैंबली ਦੇ ਵਿੱਚ सारिਆਂ नालों वध सीटां ਜਿਹੜੀਆਂ ਹੈਗੀਆਂ ਨੇ ਉਹ ਕਿਹਦੀਆਂ ਨੇ, ਤਾਂ ਤੁਸੀਂ ਕਹੋਗੇ ਜੀ यूपी ਦੀਆਂ। पेपर च पुछ लूगा किन्नियां ने जी, तो 403। ठीक है जी। गल हुण पेपर च पुछ लैंदा कि वध तो वध ਜਿਹੜੀਆਂ लैजिसलेटिव असैंबली ਦੀਆਂ सीटां ने ਉਹ किन्नियां हो सकदियां, तो किन्नियां हो सकदियां जी 500 हो सकदियां। ठीक है जी। 500 हो सकदियां किसी भी स्टेट दियां। ठीक है जी। तो घट तो घट किन्नियां हो सकदियां पेपर च पुछ ले, तो 60 हो सकदियां। ठीक है जी। यूपी दियां सारिਆਂ नालों वध ने 403 ने, घट तो घट किन्नियां ने 60। तो 60 ਜਿਹੜੀਆਂ ਹੈਗੀਆਂ ਉਹ पेपर च पुछ लैंदा किहदियां ने, मणीपुर दियां ने, त्रिपुरा दियां ने जी, मेघालय दियां ने जी, ते नागालैंड दियां, जिन्हां दी ये 4 स्टेटां दियां किन्नियां ने जी 60-60 ने। ठीक है। पर कुछ क एक्सैप्शनल केस भी बनते हैं, पेपर च पुछ लिया जाता है सीधियां जिन्हां दियां 60 तो भी घट ने। तो गोवा जिहड़ी अपनी स्टेट है तो मिजोरम, इन्हां दोनों दियां किन्नियां ने जी 40-40 ने। ठीक है जी। तो 60 तो भी घट ने। तो कुछ क यूटी का भी पुछ लिया जाता है, यूटी दे विच एक्सैप्शनल केस किहदा जी, पुडुचेरी का। ठीक है जी। पुडुचेरी दे विच किन्नियां ने जी 30 ने। ठीक है। एक स्टेट होर भी है जी किहड़ी, सिक्किम, सिक्किम दे विच किन्नियां ने जी 32 ने। ठीक है जी। तो ध्यान रखियो ये सुपर इंपॉर्टेंट गल्लां ने। गाहां आ जाओ जी, हाउ मैनी सीट्स ऑफ लैजिसलेटिव असैंबली इन पुडुचेरी, ये मैं तुहानूं दस ही चुक्या पहले वाली वीडियो के विच, पहले वाले क्वेश्चन के विच। तां जिहड़ा इहदा सही आंसर आऊगा जी वो आऊगा 30। ये ऑप्शन है जिहड़ा इहदा सही आंसर है जी। 32 किहदियां सीगियां, सिक्किम दियां सीगियां जी। सिक्किम किन्नियां ने जी 32 ने। सिक्किम है जिहड़ा अपनी स्टेट बनया जी कदों, किहड़ी अमेंडमेंट के तहत बनया, पेपर के विच बहुत पूछा जाता। 36वीं अमेंडमेंट के सोध के राही जिहड़ी कदों हुई सी 1975। ठीक है जी। अमेंडमेंट तो मैनूं गल याद आ गई, 2 अमेंडमेंटां 2 सोधां जिहड़ियां ने वो पेपर के विच बहुत पूछिया जांदियां ने, 42वीं सोध ते 44वीं सोध। 42वीं सोध कदों हुई है जी 1976 के विच हुई है, 44वीं सोध हुई है जी 1975
78 ਦੇ ਵਿੱਚ। ਤੁਸੀਂ ਯਾਦ ਕਿਵੇਂ ਰੱਖ ਸਕਦੇ ਹੋ, 4 ਤੇ 2 6 ਪਿੱਛੇ 6 ਆਊਗਾ, 4 ਤੇ 4 8 ਪਿੱਛੇ 8 ਆਊਗਾ। 42ਵੀਂ ਸੋਧ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਪੇਪਰ 'ਚ ਪੁੱਛ ਲਿਆ ਜਾਂਦਾ ਹੈ। ਮਿੰਨੀ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਪੇਪਰ 'ਚ ਪੁੱਛ ਲਿਆ ਜਾਂਦਾ ਕਿ ਮਿੰਨੀ ਕੌਂਸਟੀਟਿਊਸ਼ਨ ਕਿਹੜੀ ਅਮੈਂਡਮੈਂਟ ਨੂੰ ਕਿਹਾ ਜਾਂਦਾ ਹੈ, ਤਾਂ ਤੁਸੀਂ ਕਹੋਗੇ ਜੀ 42ਵੀਂ ਸੋਧ ਨੂੰ ਮਿੰਨੀ ਕੌਂਸਟੀਟਿਊਸ਼ਨ ਕਿਹਾ ਜਾਂਦਾ ਹੈ। ਠੀਕ ਹੈ ਜੀ ਗੱਲ। ਤਾਂ 44ਵੀਂ ਅਮੈਂਡਮੈਂਟ ਹੋਰ ਤੁਹਾਨੂੰ ਮੈਂ ਦੱਸ ਦਿੰਦਾ। 42ਵੀਂ ਅਮੈਂਡਮੈਂਟ ਦੇ ਨਾਲ ਸੰਬੰਧਿਤ 42ਵੀਂ ਅਮੈਂਡਮੈਂਟ ਵੇਲੇ ਪੇਪਰ 'ਚ ਪੁੱਛ ਲੈਂਦੇ ਆ ਕਿ ਭਾਰਤ ਦਾ PM ਕੌਣ ਸੀ, ਤਾਂ ਕੌਣ ਸੀ ਜੀ, ਇੰਦਰਾ ਗਾਂਧੀ। ਠੀਕ ਹੈ, ਯਾਦ ਰੱਖਿਓ, ਫਸਟ ਫੀਮੇਲ ਪ੍ਰਾਈਮ ਮਿਨਿਸਟਰ ਆਫ ਇੰਡੀਆ। 44ਵੀਂ ਅਮੈਂਡਮੈਂਟ ਵੇਲੇ ਪੁੱਛ ਲੈਂਦਾ ਜੀ ਕਿ ਭਾਰਤ ਦਾ PM ਕੌਣ ਸੀ, ਤਾਂ ਬਹੁਤੇ ਬੱਚੇ ਇੰਦਰਾ ਗਾਂਧੀ ਲਾ ਕੇ ਆਉਂਦੇ ਨੇ, ਜਿਹੜਾ ਕਿ ਗਲਤ ਹੋ ਜਾਊਗਾ। 44ਵੀਂ ਅਮੈਂਡਮੈਂਟ ਵੇਲੇ ਮੋਰਾਰਜੀ ਦੇਸਾਈ, ਪੂਰਾ ਨਾਮ ਲਿਖ ਦਿੰਦਾ ਮੈਂ, ਮੋਰਾਰਜੀ ਦੇਸਾਈ ਆਪਣੇ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਨੇ। ਠੀਕ ਹੈ ਜੀ। ਮੋਰਾਰਜੀ ਦੇਸਾਈ ਬਾਰੇ ਮੈਂ ਇੱਕ ਗੱਲ ਹੋਰ ਦੱਸ ਦਿੰਦਾ ਤੁਹਾਨੂੰ, ਓਲਡੈਸਟ ਪ੍ਰਾਈਮ ਮਿਨਿਸਟਰ ਪੇਪਰ 'ਚ ਪੁੱਛੇ, ਪ੍ਰੈਜ਼ੀਡੈਂਟ ਨਹੀਂ, ਓਲਡੈਸਟ PM ਪੁੱਛ ਲਏ ਤਾਂ ਕੌਣ ਸੀਗੇ ਜੀ, ਮੋਰਾਰਜੀ ਦੇਸਾਈ ਸੀਗੇ। ਠੀਕ ਹੈ ਜੀ। ਸੁਪਰ ਇੰਪੋਰਟੈਂਟ ਕੁਐਸਚਨ ਸਟਾਰ ਲਾ ਲਓ ਜੀ। 73ਵੀਂ ਅਮੈਂਡਮੈਂਟ 73rd ਅਮੈਂਡਮੈਂਟ ਰਿਲੇਟਡ ਟੂ 73ਵੀਂ ਸੋਧ ਆ ਜਿਹੜੀ ਉਹ ਕਿਹਦੇ ਨਾਲ ਸੰਬੰਧਿਤ ਹੈ, ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਜੀ ਉਹ ਆਊਗਾ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਹੈ। ਦੇਖੋ ਜੀ ਸੋਧਾਂ ਦੇ ਨਾਲ ਰਿਲੇਟਡ ਇਹਨਾਂ ਨੂੰ ਯਾਦ ਕਿਵੇਂ ਕਰਨਾ ਹੈ, 73ਵੀਂ ਅਤੇ 74ਵੀਂ ਦੋ ਸੋਧਾਂ ਨੇ ਜੀ, ਦੋਨੇ ਕਿਹੜੇ ਸਾਲ ਦੇ ਵਿੱਚ ਹੋਈਆਂ ਜੀ, 1992 ਦੇ ਵਿੱਚ ਹੋਈਆਂ, 1992 ਦੇ ਵਿੱਚ ਹੋਈਆਂ। ਠੀਕ ਹੈ ਜੀ। 73ਵੀਂ ਜਿਹੜੀ ਸੋਧ ਹੈ ਉਹ ਕਿਹਦੇ ਨਾਲ ਸੰਬੰਧਿਤ ਹੈ ਜੀ, ਉਹ ਹੈਗੀ ਹੈ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ। 74ਵੀਂ ਜਿਹੜੀ ਸੋਧ ਹੈ ਜੀ ਉਹ ਕਾਹਦੇ ਨਾਲ ਸੰਬੰਧਿਤ ਹੈ ਜੀ, ਮਿਊਨਸਿਪੈਲਿਟੀ ਜਾਂ ਮਿਊਨਸਿਪਲ ਕਾਰਪੋਰੇਸ਼ਨ ਦੇ ਨਾਲ ਸੰਬੰਧਿਤ ਹੈ। ਠੀਕ ਹੈ ਜੀ। ਹੁਣ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਮੈਂ ਤੁਹਾਨੂੰ ਤਿੰਨ ਚਾਰ ਗੱਲਾਂ ਦੱਸ ਦੇਣਾ। ਪਹਿਲੀ ਗੱਲ ਤਾਂ ਪੰਚਾਇਤੀ ਰਾਜ ਹੈ ਜਿਹੜਾ ਉਹ ਬਣਿਆ ਉਹ ਕਿਹਦੀ ਰਿਕਮੈਂਡੇਸ਼ਨ ਦੇ ਨਾਲ ਬਣਿਆ, ਬਲਵੰਤ ਰਾਏ ਮਹਿਤਾ ਕਮੇਟੀ ਦੇ ਤਹਿਤ ਬਣਿਆ ਜੀ। ਪੰਚਾਇਤੀ ਰਾਜ ਦੇ ਕਿੰਨੇ ਸਬਜੈਕਟ ਨੇ ਪੇਪਰ 'ਚ ਪੁੱਛਿਆ ਜਾਂਦਾ, ਤਾਂ ਕਿ ਤੁਸੀਂ ਕਹੋਗੇ 29 ਸਬਜੈਕਟ ਨੇ। ਠੀਕ ਹੈ ਜੀ। ਪੰਚਾਇਤੀ ਰਾਜ ਨਾਲ ਸੰਬੰਧਿਤ ਅਮੈਂਡਮੈਂਟ ਕਿਹੜੀ ਹੈ, ਮੈਂ ਤੁਹਾਨੂੰ ਪੜ੍ਹਾ ਚੁੱਕਿਆ 73ਵੀਂ, ਕਦੋਂ ਹੋਈ ਜੀ, 1992 ਦੇ ਵਿੱਚ। ਠੀਕ ਹੈ। ਹੋਰ ਲਿਖ ਲਓ ਜੀ, ਪੰਚਾਇਤੀ ਰਾਜ ਹੈ ਜਿਹੜਾ ਆਪਣੇ ਕਿੰਨੇ ਸਿਸਟਮ ਦਾ ਹੈ, ਮਤਲਬ 3 ਟਾਇਰ ਸਿਸਟਮ ਹੈ ਜੀ ਇੱਥੇ, 3 ਟਾਇਰ ਸਿਸਟਮ ਕਿਹੜੇ ਕਿਹੜਾ ਜੀ, ਇੱਕ ਵਿਲੇਜ ਪੰਚਾਇਤ ਕਹਿੰਦੇ ਜਿਹਨਾਂ ਨੂੰ ਆਪਾਂ ਵਿਲੇਜ ਲੈਵਲ 'ਤੇ, ਇੱਕ ਬਲਾਕ ਲੈਵਲ 'ਤੇ ਹੁੰਦੀ ਹੈ ਬਲਾਕ ਸੰਮਤੀ ਕਹਿੰਦੇ ਜਿਹਨੂੰ ਆਪਾਂ, ਇੱਕ ਸ਼ਹਿਰੀ ਪੱਧਰ 'ਤੇ ਜ਼ਿਲ੍ਹਾ ਪ੍ਰੀਸ਼ਦ ਕਹਿ ਦਿੰਦੇ ਹਾਂ ਜਿਨ੍ਹਾਂ ਨੂੰ ਆਪਾਂ। ਠੀਕ ਹੈ ਜੀ। ਵਿਲੇਜ ਪੰਚਾਇਤ ਪੇਪਰ 'ਚ ਪੁੱਛ ਲੈਂਦੇ ਨੇ ਕਿ ਬਲਵੰਤ ਰਾਏ ਮਹਿਤਾ ਕਮੇਟੀ ਨੇ ਕਿੰਨੇ ਟਾਇਰ ਸਿਸਟਮ ਦਾ ਜਿਹੜਾ ਪੰਚਾਇਤੀ ਰਾਜ ਆ ਉਹ ਦੱਸਿਆ, ਤਾਂ ਤੁਸੀਂ ਕਹੋਗੇ ਜੀ 3 ਲੈਵਲ ਦਾ। ਕਿਹੜਾ ਕਿਹੜਾ, ਵਿਲੇਜ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ। ਜ਼ਿਲ੍ਹਾ ਪ੍ਰੀਸ਼ਦ ਸਾਰਿਆਂ ਨਾਲੋਂ ਹਾਈਐਸਟ, ਮਤਲਬ ਸਾਰਿਆਂ ਨੂੰ ਉੱਪਰ ਹੈਗਾ ਇਹਨਾਂ ਦੇ। ਠੀਕ ਹੈ ਜੀ ਗੱਲ। ਅਤੇ ਹੋਰ ਮੈਂ ਤੁਹਾਨੂੰ ਦੱਸ ਸਕਦਾ ਜਿਵੇਂ ਕਿ ਮਿਊਨਸਿਪੈਲਿਟੀ ਪੇਪਰ 'ਚ ਪੁੱਛ ਲਿਆ ਜਾਂਦਾ ਕਿ ਮਿਊਨਸਿਪੈਲਿਟੀ ਵੀ ਆਪਣੇ 3 ਟਾਇਰ ਸਿਸਟਮ ਚੱਲਦਾ ਜੀ। ਠੀਕ ਹੈ ਜੀ। ਜਿਹਦੇ ਵਿੱਚ ਨਗਰ ਪੰਚਾਇਤ, ਨਗਰ ਕੌਂਸਲ ਅਤੇ ਮਿਊਨਸਿਪਲ ਕਾਰਪੋਰੇਸ਼ਨ ਆ ਜਾਂਦੀਆਂ ਨੇ। ਠੀਕ ਹੈ ਜੀ ਗੱਲ। ਇਹਦੇ ਪੇਪਰ 'ਚ ਪੁੱਛ ਲਿਆ ਜਾਂਦਾ ਮਿਊਨਸਿਪੈਲਿਟੀ ਦੇ ਕਿੰਨੇ ਸਬਜੈਕਟਸ ਨੇ, ਤਾਂ 18 ਵਿਸ਼ੇ ਨੇ, ਸਬਜੈਕਟਸ ਨੇ ਜਾਂ ਕਹਿ ਲਓ ਵਿਸ਼ੇ ਕਹਿ ਲਓ ਪੰਜਾਬੀ 'ਚ। ਠੀਕ ਹੈ ਜੀ ਗੱਲ। ਉਦੋਂ ਬਾਅਦ ਇਹ ਸੋਧ ਕਿਹੜੀ ਦੇ ਨਾਲ ਜੁੜਿਆ ਹੋਇਆ ਜੀ, 74ਵੀਂ ਸੋਧ 1992 ਦੇ ਰਾਹੀਂ ਜੁੜਿਆ ਹੋਇਆ। ਇਹਦਾ ਜਿਹੜਾ ਆਰਟੀਕਲ ਹੈ ਜੀ ਉਹ ਕਿਹੜਾ ਆਰਟੀਕਲ ਹੈ ਜੀ, ਤਾਂ ਉਹ ਹੈਗਾ 243 P ਤੋਂ 243 A ਤੋਂ O, P ਤੋਂ ZG ਤੱਕ ਜੀ। ਠੀਕ ਹੈ ਜੀ ਗੱਲ। ਹੋਰ ਸੁਣ ਲਓ ਜੀ, ਮਿਊਨਸਿਪੈਲਿਟੀ ਦਾ ਜਿਹੜਾ ਇੱਕ ਸ਼ਡਿਊਲ ਵੀ ਹੈ ਜੀ, ਸ਼ਡਿਊਲ 12। ਠੀਕ ਹੈ ਜੀ। ਤਾਂ ਆਪਣੇ ਸੰਵਿਧਾਨ ਦੇ ਵਿੱਚ ਟੋਟਲ 12 ਸ਼ਡਿਊਲ ਨੇ, ਪਹਿਲਾਂ 8 ਹੁੰਦੇ ਸੀਗੇ ਜੀ, ਤਾਂ 8 ਤੋਂ 12 ਹੋ ਗਏ ਸੀ। ਜਿਹੜਾ 12ਵਾਂ ਸ਼ਡਿਊਲ ਆ ਉਹ ਕਿਹਦੀ ਗੱਲ ਕਰਦਾ ਜੀ, ਮਿਊਨਸਿਪੈਲਿਟੀ ਦੀ ਗੱਲ ਕਰਦਾ। ਠੀਕ ਹੈ ਜੀ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਆਰਟੀਕਲ 131 ਰੀਪ੍ਰਜੈਂਟ, ਇਹ ਵੀ ਸੁਪਰ ਇੰਪੋਰਟੈਂਟ ਹੈ, ਸਟਾਰ ਲਾ ਲਓ, ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਜੀ। ਪਿਛਲੀ ਵਾਰ PPSC ਨੇ ਪਾਇਆ ਸੀਗਾ ਪੇਪਰ, ਤਹਿਤ ਕਿ ਵੀ ਕੁਐਸਚਨ ਆਉਣ ਦੀ ਜਿਹੜੀ ਸੰਭਾਵਨਾ ਉਹ ਪੂਰੀ ਹੈ। ਆਰਟੀਕਲ 131 ਕਿਹਨੂੰ ਦੱਸਦਾ ਜੀ, ਤਾਂ ਆਰਟੀਕਲ 131 ਦੱਸਦਾ ਜੀ ਓਰੀਜਨਲ ਜੁਰਿਸਡਿਕਸ਼ਨ ਨੂੰ, ਅਸਲੀ ਅਧਿਕਾਰ ਖੇਤਰ, ਮਤਲਬ ਇਹਦੇ ਅੰਡਰ ਆਉਂਦੀ ਕਿਹੜੀਆਂ ਚੀਜ਼ਾਂ ਨੇ। ਠੀਕ ਹੈ ਜੀ। ਤਾਂ ਓਰੀਜਨਲ ਜੁਰਿਸਡਿਕਸ਼ਨ ਦੇ ਵਿੱਚ ਕੀ ਦੱਸਿਆ ਹੋਇਆ ਜੀ, ਸੈਂਟਰ ਅਤੇ ਸਟੇਟ ਦੇ ਵਿਚਕਾਰ ਜੇ ਡਿਸਪਿਊਟ ਹੋ ਜੇ ਤਾਂ ਉਹ ਇਹਦੇ ਅੰਡਰ ਸੋਲਵ ਹੋਊਗਾ। ਠੀਕ ਹੈ ਜੀ। ਫੰਡਾਮੈਂਟਲ ਰਾਈਟਸ ਵਾਇਲੇਟ ਹੋ ਜਾਣ ਤਾਂ ਉਹ ਵੀ ਇਹਦੇ ਅੰਡਰ ਸੋਲਵ ਹੋਊਗਾ। ਅਤੇ ਤੁਹਾਡਾ ਜੇ ਇਲੈਕਸ਼ਨ ਡਿਸਪਿਊਟਸ ਹੋ ਜਾਣ, ਮਤਲਬ ਇਲੈਕਸ਼ਨ ਦੇ ਨਾਲ ਸੰਬੰਧਿਤ ਡਿਸਪਿਊਟ ਝਗੜੇ ਵਗੈਰਾ ਹੋ ਜਾਣ ਤਾਂ ਉਹ ਵੀ ਓਰੀਜਨਲ ਜੁਰਿਸਡਿਕਸ਼ਨ ਦੇ ਅੰਡਰ ਆਉਂਦੇ ਨੇ। ਠੀਕ ਹੈ ਜੀ ਗੱਲ। ਹੁਣ ਆਰਟੀਕਲ 132 ਦੀ ਗੱਲ ਕਰਾਂ ਮੈਂ, ਤਾਂ ਉਹਦੇ ਵਿੱਚ ਕੀ ਲਿਖਿਆ ਹੋਇਆ ਜੀ, ਐਪੀਲੇਟ ਜੁਰਿਸਡਿਕਸ਼ਨ ਦੇ ਬਾਰੇ ਆਰਟੀਕਲ 132 ਦੇ ਵਿੱਚ ਲਿਖਿਆ ਹੋਇਆ।
ਐਡਵਾਈਜ਼ਰੀ ਜੁਰਿडिਕਸ਼ਨ ਜਿਹਦੇ ਬਾਰੇ ਦੱਸਿਆ ਹੋਇਆ ਜੀ 143 ਨੰਬਰ ਆਰਟੀਕਲ ਦੇ ਵਿੱਚ, ਜਿਹਦੇ ਤਹਿਤ ਕੀ ਹੈ ਜੀ ਸੁਪਰੀਮ ਕੋਰਟ ਦਾ ਮੁੱਖ ਜੱਜ ਜਾਂ ਆਪਾਂ ਚੀਫ ਜਸਟਿਸ ਆਫ ਇੰਡੀਆ ਕਹਿ ਸਕਦੇ ਹਾਂ, ਮਤਲਬ ਪ੍ਰੈਜ਼ੀਡੈਂਟ ਹੈ ਜਿਹੜਾ ਉਹਦੀ ਸਲਾਹ ਲੈ ਸਕਦਾ ਜਾਂ ਚੀਫ ਜਸਟਿਸ ਆਫ ਇੰਡੀਆ ਪ੍ਰੈਜ਼ੀਡੈਂਟ ਨੂੰ ਸਲਾਹ ਜਿਹੜੀ ਕਿਸੇ ਵੀ ਵਿਸ਼ੇ 'ਤੇ ਚਾਹੁੰਦਾ ਤਾਂ ਦੇ ਸਕਦਾ। ਠੀਕ ਹੈ ਜੀ। 137 ਨੰਬਰ ਆਰਟੀਕਲ ਕਿਹਦੀ ਗੱਲ ਕਰਦਾ ਜੀ, ਜੁਡੀਸ਼ੀਅਲ ਰਿਵਿਊ ਦੀ। ਠੀਕ ਹੈ ਜੀ। ਜੁਡੀਸ਼ੀਅਲ ਰਿਵਿਊ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ, ਪੇਪਰ 'ਚ ਪੁੱਛ ਲੂਗਾ, 137 ਨੰਬਰ ਆਰਟੀਕਲ ਦੇ ਵਿੱਚ ਲਿਖਿਆ ਹੋਇਆ। ਜੁਡੀਸ਼ੀਅਲ ਰਿਵਿਊ ਹੈ ਜਿਹੜਾ ਆਪਾਂ ਬੋਰੋ ਕੀਤਾ ਹੋਇਆ, ਮਤਲਬ ਆਪਣਾ ਜਿਹੜਾ ਸੰਵਿਧਾਨ ਆ ਉਹ ਵੱਖ-ਵੱਖ ਦੇਸ਼ਾਂ ਤੋਂ ਆਪਾਂ ਬੋਰੋ ਕੀਤਾ ਹੋਇਆ ਹੈ, ਲਿਆ ਹੋਇਆ ਜੀ। ਤਾਂ ਕਿਤੋਂ ਲਿਆ ਜੀ ਆਪਾਂ, USA ਤੋਂ ਲਿਆ ਹੋਇਆ। ਠੀਕ ਹੈ ਜੀ। USA ਤੋਂ ਆਪਾਂ ਹੋਰ ਕੀ ਲਿਆ ਹੋਇਆ ਜੀ, ਪ੍ਰੈਂਬਲ ਲਿਆ ਹੋਇਆ, ਫੰਡਾਮੈਂਟਲ ਰਾਈਟਸ ਲਏ ਹੋਏ ਨੇ। ਠੀਕ ਹੈ ਜੀ। ਫੰਕਸ਼ਨ ਆਫ ਪ੍ਰੈਜ਼ੀਡੈਂਟ ਵੀ ਲਏ ਹੋਏ। ਠੀਕ ਹੈ ਜੀ। ਤਾਂ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਆਰਟੀਕਲ ਆਫ ਫਾਈਨਾਂਸ ਕਮਿਸ਼ਨ, ਫਾਈਨਾਂਸ ਕਮਿਸ਼ਨ ਦਾ ਜਿਹੜਾ ਆਰਟੀਕਲ ਆ ਉਹ ਕਿਹੜਾ ਆਰਟੀਕਲ ਹੈ ਜੀ, ਤਾਂ ਆਰਟੀਕਲ 280 ਨੰਬਰ ਫਾਈਨਾਂਸ ਕਮਿਸ਼ਨ ਦੇ ਬਾਰੇ ਦੱਸਦਾ। ਫਾਈਨਾਂਸ ਕਮਿਸ਼ਨ ਦੇ 1+4 ਦਾ ਕੰਬੀਨੇਸ਼ਨ ਤੁਸੀਂ ਯਾਦ ਰੱਖਣਾ ਹੈ। ਇੱਕ ਚੇਅਰਮੈਨ ਹੁੰਦਾ ਜੀ, ਠੀਕ ਹੈ, ਬਾਕੀ ਸਾਰੇ 4 ਇਹਦੇ ਕੀ ਹੁੰਦੇ ਨੇ ਜੀ, ਮੈਂਬਰਸ ਹੁੰਦੇ ਨੇ। ਠੀਕ ਹੈ ਜੀ ਗੱਲ। ਹੁਣ ਗਾਹਾਂ ਆ ਜੋ ਜਿਹੜਾ ਪੇਪਰ 'ਚ ਪੁੱਛ ਲਿਆ ਜਾਂਦਾ, ਫਸਟ ਫਾਈਨਾਂਸ ਕਮਿਸ਼ਨ ਦਾ ਜਿਹੜਾ ਚੇਅਰਮੈਨ ਸੀਗਾ ਉਹ ਪੇਪਰ 'ਚ ਪੁੱਛ ਲੈਣਗੇ ਕੀ ਨਾਮ ਸੀ ਉਹਨਾਂ ਦਾ, KC ਨਿਯੋਗੀ। ਠੀਕ ਹੈ, ਸੁਪਰ ਇੰਪੋਰਟੈਂਟ ਆ, ਯਾਦ ਰੱਖਿਓ। ਐਟ ਪ੍ਰੈਜੈਂਟ ਪੇਪਰ 'ਚ ਪੁੱਛ ਲਏ ਤਾਂ ਕੌਣ ਹੈ ਜੀ, ਐਟ ਪ੍ਰੈਜੈਂਟ ਹੈਗੇ ਨੇ ਜੀ NK ਸਿੰਘ ਜੀ। ਠੀਕ ਹੈ, ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ। ਠੀਕ ਹੈ। ਫਾਈਨਾਂਸ ਕਮਿਸ਼ਨ ਦਾ ਕੰਮ ਕੀ ਹੁੰਦਾ, ਬੇਸਿਕਲੀ ਸੈਂਟਰ ਅਤੇ ਸਟੇਟ ਦੇ ਵਿੱਚ ਕੀ ਕਰਦਾ ਹੈ ਜੀ, ਪੈਸੇ ਦੀ ਵੰਡ ਕਰਦਾ ਹੈ। ਸੈਂਟਰ ਅਤੇ ਸਟੇਟ ਦੇ ਵਿਚਕਾਰ ਪੈਸੇ ਦੀ ਵੰਡ ਕਰਦਾ ਹੈ। ਠੀਕ ਹੈ। ਸੈਂਟਰ ਅਤੇ ਸਟੇਟ ਤੋਂ ਮੈਨੂੰ ਇੱਕ ਗੱਲ ਯਾਦ ਆਈ, ਇੱਕ ਸੰਵਿਧਾਨ ਦੇ ਵਿੱਚ ਸਰਕਾਰੀਆ ਕਮਿਸ਼ਨ ਹਰ ਇੱਕ ਦੂਜੇ ਪੇਪਰ ਦੇ ਵਿੱਚ ਦੇਖਿਆ ਜਾਂਦਾ ਜੀ। ਸਰਕਾਰੀਆ ਕਮਿਸ਼ਨ ਪੇਪਰ 'ਚ ਪੁੱਛ ਲੈਂਦਾ ਕਿਹਦੇ ਨਾਲ ਸੰਬੰਧਿਤ ਹੈ, ਤਾਂ ਤੁਸੀਂ ਕਹੋਗੇ ਜੀ ਸੈਂਟਰ ਐਂਡ ਸਟੇਟ ਰਿਲੇਸ਼ਨਸ਼ਿਪ ਦੀ ਗੱਲ ਕਰਦਾ ਸਰਕਾਰੀਆ ਕਮਿਸ਼ਨ। ਕਦੋਂ ਬੈਠਾ ਸੀਗਾ ਜੀ, 1983 ਦੇ ਵਿੱਚ। 1983 ਦੇ ਵਿੱਚ, ਯਾਦ ਰੱਖਿਓ 1983। ਠੀਕ ਹੈ ਜੀ ਗੱਲ। ਅਤੇ ਹੁਣ ਆ ਗਈ ਗੱਲ ਆਰਟੀਕਲ 266 ਦੀ, ਇਹ ਮੈਂ ਤੁਹਾਨੂੰ ਪੜ੍ਹਾ ਚੁੱਕਿਆ ਜੀ। ਕੰਸੋਲੀਡੇਟ ਫੰਡ ਆਫ ਇੰਡੀਆ, ਜਿਹਦੀ ਅਥਾਰਟੀ ਕਿਹਦੇ ਕੋਲ ਹੁੰਦੀ ਹੈ ਜੀ, ਪਾਰਲੀਮੈਂਟ ਕੋਲ ਹੁੰਦੀ ਹੈ। ਆਰਟੀਕਲ 267 ਕੰਟੀਜੈਂਸੀ ਫੰਡ ਆਫ ਇੰਡੀਆ, ਇਹਦੇ ਵਿੱਚ ਕਿਹੜਾ ਆਰਟੀਕਲ ਹੈ ਜੀ, ਆਰਟੀਕਲ 267 ਹੈ ਜੀ, ਜਿਹਦੀ ਅਥਾਰਟੀ ਕਿਹਦੇ ਕੋਲ ਹੁੰਦੀ ਹੈ ਜੀ, ਪ੍ਰੈਜ਼ੀਡੈਂਟ ਕੋਲੇ। ਆਰਟੀਕਲ 280 ਮੈਂ ਫਾਈਨਾਂਸ ਕਮਿਸ਼ਨ ਦੀ ਗੱਲ ਕਰ ਚੁੱਕਿਆ। ਆਰਟੀਕਲ 231 ਇਹ ਕਿਹਦੀ ਗੱਲ ਕਰਦਾ ਜੀ, ਇਹ ਕਾਮਨ ਹਾਈ ਕੋਰਟਸ ਦੀ ਗੱਲ ਕਰਦਾ, ਮੈਂ ਪਹਿਲਾਂ ਦੱਸ ਚੁੱਕਿਆ ਜੀ। ਤਾਂ ਇਹ ਕਿਹੜੀ ਅਮੈਂਡਮੈਂਟ ਦੇ ਨਾਲ ਜੁੜਿਆ ਹੋਇਆ ਜੀ, 7th ਅਮੈਂਡਮੈਂਟ 1956 ਦੇ ਨਾਲ ਇਹ ਜੁੜਿਆ ਹੋਇਆ ਜੀ। ਠੀਕ ਹੈ। 7th ਅਮੈਂਡਮੈਂਟ ਇੱਕ ਆਪਾਂ ਹੋਰ ਵੀ ਪੜ੍ਹੀ ਹੋਈ ਹੈ ਜੀ, ਸਟੇਟ ਰੀਆਰਗਨਾਈਜੇਸ਼ਨ ਐਕਟ ਦੇ ਨਾਲ ਸੰਬੰਧਿਤ ਹੈ, ਜਿਹਦੇ ਰਾਹੀਂ ਕੀ ਹੋਇਆ ਸੀ, ਸਾਡੇ 14 ਸਟੇਟਸ ਸੀ ਜਿਹੜੀਆਂ ਅਤੇ 6 UTs ਬਣੀਆਂ ਸੀਗੀਆਂ। ਠੀਕ ਹੈ। ਤਾਂ ਉਹਨੂੰ ਫੈਜ਼ਲ ਅਲੀ ਕਮਿਸ਼ਨ ਵੀ ਕਹਿ ਦਿੰਦੇ ਨੇ। ਠੀਕ ਹੈ ਜੀ। ਇਹ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ। ਆ ਦੇਖੋ, ਆਹ ਕੁਐਸਚਨ ਫੇਰ ਆ ਗਿਆ ਜੀ, ਸਰਕਾਰੀਆ ਕਮਿਸ਼ਨ ਕਿਹਦੇ ਨਾਲ ਸੰਬੰਧਿਤ ਹੈ, ਤਾਂ ਤੁਸੀਂ ਲਾ ਸਕਦੇ ਹੋ ਸੈਂਟਰ ਐਂਡ ਸਟੇਟ ਰਿਲੇਸ਼ਨਸ ਦੇ ਨਾਲ ਸੰਬੰਧਿਤ ਹੈ ਸਰਕਾਰੀਆ ਕਮਿਸ਼ਨ। ਕਦੋਂ ਬੈਠਾ ਸੀਗਾ ਜੀ, 1983 ਦੇ ਵਿੱਚ ਬੈਠਾ ਸੀ। ਹੋਰ ਇਨਫੋਰਮੇਸ਼ਨ ਤੁਹਾਨੂੰ ਫਰਦਰ ਦੇ ਦਿੰਦਾ ਪੇਪਰ 'ਚ, ਜੇ ਤੁਹਾਨੂੰ ਪੁੱਛ ਲਏ ਕਿ ਭਾਰਤ ਦਾ ਪਹਿਲਾ ਪ੍ਰੈਜ਼ੀਡੈਂਟ ਕੌਣ ਸੀ, ਤਾਂ ਤੁਸੀਂ ਕਹੋਗੇ ਜੀ ਰਜਿੰਦਰ ਪ੍ਰਸਾਦ। ਦੇਖੋ ਇਹ ਕੁਐਸਚਨ ਤੁਹਾਨੂੰ ਈਜ਼ੀ ਲੱਗਣਗੇ, ਪਰ ਇਹਦੇ ਨਾਲ ਮਿਲਦੀਆਂ ਜੁਲਦੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਉਹ ਯਾਦ ਰੱਖਣੀਆਂ ਨੇ, ਮਤਲਬ ਤੁਹਾਡੇ ਕਲਿੱਕ ਹੋਣੀਆਂ ਚਾਹੀਦੀਆਂ ਦਿਮਾਗ ਦੇ ਵਿੱਚ। ਰਜਿੰਦਰ ਪ੍ਰਸਾਦ ਦੇ ਨਾਲ ਸੰਬੰਧਿਤ ਤੁਸੀਂ ਹੋਰ ਵੀ ਕੁਝ ਯਾਦ ਰੱਖ ਸਕਦੇ ਹੋ। ਕੌਂਸਟੀਟਿਊਐਂਟ ਅਸੈਂਬਲੀ ਦੇ ਪਹਿਲੇ ਪ੍ਰੈਜ਼ੀਡੈਂਟ ਪੇਪਰ 'ਚ ਪੁੱਛ ਲੈਣ ਕੌਣ ਸੀਗੇ, ਤਾਂ ਤੁਸੀਂ ਕਹੋਗੇ ਜੀ ਰਜਿੰਦਰ ਪ੍ਰਸਾਦ, ਪਰਮਾਨੈਂਟ। ਠੀਕ ਹੈ। ਅਤੇ ਜੇ ਟੈਂਪਰੇਰੀ ਪੁੱਛ ਲੈਣ, ਟੈਂਪਰੇਰੀ ਪ੍ਰੈਜ਼ੀਡੈਂਟ ਆਫ ਕੌਂਸਟੀਟਿਊਐਂਟ ਅਸੈਂਬਲੀ, ਤਾਂ ਉਹ ਕੌਣ ਸੀਗੇ ਜੀ, ਸੱਚਾਨੰਦਾ ਸਿਨਹਾ। ਠੀਕ ਹੈ। ਜਿਨ੍ਹਾਂ ਦੀ ਕੀ ਹੋ ਗਈ ਸੀਗੀ ਜੀ, ਡੈਥ ਹੋ ਗਈ ਸੀਗੀ। ਠੀਕ ਹੈ। ਕੌਂਸਟੀਟਿਊਐਂਟ ਅਸੈਂਬਲੀ ਤੋਂ ਮੈਨੂੰ ਯਾਦ ਆਈ ਗੱਲ, ਤਾਂ ਕੌਂਸਟੀਟਿਊਐਂਟ ਅਸੈਂਬਲੀ ਹੈ ਜਿਹੜੀ, ਉਹਨਾਂ ਦੀ ਪਹਿਲੀ ਮੀਟਿੰਗ ਕਦੋਂ ਹੋਈ ਹੈ ਜੀ, 9 ਦਸੰਬਰ 1946 ਦੇ ਵਿੱਚ ਹੋਈ ਹੈ। ਠੀਕ ਹੈ ਜੀ ਗੱਲ। ਪੇਪਰ 'ਚ ਪੁੱਛ ਲੈਣਗੇ ਕਿ ਟੈਂਪਰੇਰੀ ਪ੍ਰੈਜ਼ੀਡੈਂਟ ਕੌਣ ਲਾ ਦਿੱਤੇ ਗਏ, ਸੱਚਾਨੰਦਾ ਸਿਨਹਾ। 10 ਦਸੰਬਰ ਨੂੰ ਉਹਨਾਂ ਦੀ ਜਿਹੜੀ ਡੈਥ ਹੋ ਗਈ ਆ, ਤਾਂ ਉਦੋਂ ਬਾਅਦ ਕਿਹਨੂੰ ਬਣਾ ਦਿੱਤਾ ਗਿਆ ਜੀ ਪ੍ਰੈਜ਼ੀਡੈਂਟ ਪਰਮਾਨੈਂਟ, ਤਾਂ ਉਹ ਬਣਾ ਦਿੱਤਾ ਗਿਆ ਜੀ ਰਜਿੰਦਰ ਪ੍ਰਸਾਦ ਨੂੰ। ਰਜਿੰਦਰ ਪ੍ਰਸਾਦ ਕੋਲੇ ਉਦੋਂ ਬਾਅਦ ਕਮੇਟੀਆਂ ਵੀ ਬਣੀਆਂ ਸੀ, ਸਾਰੇ ਬੱਚਿਆਂ ਨੇ ਪੜ੍ਹੀਆਂ ਹੋਣਗੀਆਂ ਕਮੇਟੀਆਂ ਜਿਹੜੀਆਂ, ਉਹ ਕੀ ਸੀਗੀਆਂ, ਹਰੇਕ ਕਮੇਟੀ ਮਤਲਬ ਕੁਛ ਕੁ ਵੱਖ-ਵੱਖ ਕਮੇਟੀਆਂ ਜਿਹੜੀਆਂ ਸੀਗੀਆਂ ਉਹ ਡਿਫਰੈਂਟ ਟਾਈਪ ਆਫ ਪਰਸਨਸ ਕੋਲੇ ਸੀਗੀਆਂ। ਰਜਿੰਦਰ ਪ੍ਰਸਾਦ ਕੋਲੇ ਜਿਹੜੀ ਕਮੇਟੀ ਸੀਗੀ ਉਹ ਕਿਹੜੀ ਸੀਗੀ ਜੀ, ਕਮੇਟੀ, ਦੇਖੋ ਪੂਰਾ ਲਿਖਦਾ ਮੈਂ, ਕਮੇਟੀ ਔਨ ਰੂਲਸ ਔਰ ਪ੍ਰੋਸੀਜਰ। ਇਹ ਕਿਹਦੇ ਕੋਲ ਸੀਗੀ ਜੀ, ਰਜਿੰਦਰ ਪ੍ਰਸਾਦ ਜੀ ਕੋਲੇ ਸੀਗੀ। ਠੀਕ ਹੈ। ਅਤੇ ਇੱਕ ਸਟੀਅਰਿੰਗ ਕਮੇਟੀ, ਪੇਪਰ 'ਚ ਬਹੁਤ ਪੁੱਛਿਆ ਜਾਂਦਾ, ਸਟੀਅਰਿੰਗ ਕਮੇਟੀ
STERING ਸਟੀਅਰਿੰਗ ਕਮੇਟੀ ਕਿਹਦੇ ਕੋਲ ਸੀ? ਇਹ ਵੀ ਰਜਿੰਦਰ ਪ੍ਰਸਾਦ ਜੀ ਕੋਲੇ ਸੀ। ਠੀਕ ਹੈ ਜੀ। ਤਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਲਾਸਟ ਕੁਐਸਚਨ ਹੈ ਜੀ ਆਪਣਾ, ਐਟ ਪ੍ਰੈਜੈਂਟ ਵਾਈਸ ਚੇਅਰਮੈਨ ਆਫ ਨੀਤੀ ਆਯੋਗ। ਨੀਤੀ ਆਯੋਗ ਦੇ ਵਾਈਸ ਚੇਅਰਮੈਨ ਕੌਣ ਨੇ ਜੀ ਐਟ ਪ੍ਰੈਜੈਂਟ? ਰਾਜੀਵ ਕੁਮਾਰ। ਠੀਕ ਹੈ ਜੀ। ਤਾਂ ਇਹਦਾ ਸਹੀ ਆਨਸਰ ਹੈਗਾ ਜੀ ਰਾਜੀਵ ਕੁਮਾਰ। ਨੀਤੀ ਆਯੋਗ ਤੋਂ ਤੁਸੀਂ ਕੀ ਸਮਝਦੇ ਹੋ? ਨੈਸ਼ਨਲ ਇੰਸਟੀਟਿਊਟ ਫਾਰ ਟਰਾਂਸਫਾਰਮਿੰਗ ਇੰਡੀਆ। ਐਤਕੀ ਜਿਹੜਾ ਜੇਲ੍ਹ ਸੁਪਰਡੈਂਟ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਇਹ ਕੁਐਸਚਨ ਪੁੱਛਿਆ ਸੀ। ਬਹੁਤੇ ਬੱਚੇ ਜਿਹੜੇ ਸੀਗੇ ਉਹ ਗਲਤ ਕਰਕੇ ਆਏ ਸੀ। ਮਾਈਨਰ ਡਿਫਰੈਂਸ ਦੇ ਨਾਲ ਉਹਨਾਂ ਨੇ ਆਪਸ਼ਨਾਂ ਜਿਹੜੀਆਂ ਬਣਾਈਆਂ ਹੋਈਆਂ ਸੀ। ਨੈਸ਼ਨਲ ਇੰਸਟੀਟਿਊਟ ਫਾਰ ਟਰਾਂਸਫਾਰਮਿੰਗ ਇੰਡੀਆ। ਨੀਤੀ ਆਯੋਗ ਦਾ ਐਕਸ ਅਫੀਸ਼ੀਓ ਚੇਅਰਮੈਨ, ਐਕਸ ਅਫੀਸ਼ੀਓ ਦਾ ਕੀ ਮਤਲਬ ਹੁੰਦਾ ਜੀ? ਇੱਕੋ ਸਮੇਂ ਦੇ ਉੱਤੇ 2 ਅਹੁਦੇ। ਤਾਂ ਐਕਸ ਅਫੀਸ਼ੀਓ ਚੇਅਰਮੈਨ ਕੌਣ ਹੁੰਦਾ ਜੀ ਨੀਤੀ ਆਯੋਗ ਦਾ? PM ਹੁੰਦੇ ਨੇ, ਜਿਹੜੇ ਕਿ ਐਟ ਪ੍ਰੈਜ਼ੈਂਟ ਕੌਣ ਨੇ ਜੀ? ਨਰਿੰਦਰ ਦਮੋਦਰ ਦਾਸ ਮੋਦੀ ਜੀ ਨੇ। ਠੀਕ ਹੈ ਜੀ ਗੱਲ। ਗਾਹਾਂ ਆ ਜਾਓ ਜੀ ਤੁਸੀਂ। ਪੇਪਰ 'ਚ ਹੋਰ ਪੁੱਛ ਲਿਆ ਜਾਊਗਾ ਤੁਹਾਨੂੰ, ਜਿਵੇਂ ਕਿ ਨੀਤੀ ਆਯੋਗ ਦਾ ਜਿਹੜਾ CEO ਆ ਉਹ ਕੌਣ ਹੈ ਜੀ? ਅਮਿਤਾਭ ਕਾਂਤ ਹੈ ਜੀ। ਠੀਕ ਹੈ। ਹੋਰ ਪੁੱਛ ਲੈਂਦਾ ਪੇਪਰ ਦੇ ਵਿੱਚ, ਨੀਤੀ ਆਯੋਗ ਦਾ ਪਹਿਲਾ ਨਾਮ ਕੀ ਸੀਗਾ ਜੀ? ਤਾਂ ਪਹਿਲਾਂ ਇਹਨੂੰ ਕੀ ਕਹਿੰਦੇ ਸੀਗੇ? ਪਲੈਨਿੰਗ ਕਮਿਸ਼ਨ ਕਹਿੰਦੇ ਸੀ। ਠੀਕ ਹੈ। ਤਾਂ ਪਹਿਲਾਂ ਪਲੈਨਿੰਗ ਕਮਿਸ਼ਨ ਕਹਿੰਦੇ ਸੀ, ਮਤਲਬ ਇਹ 5 ਸਾਲਾ ਯੋਜਨਾਵਾਂ ਤਿਆਰ ਕਰਦੇ ਸੀ। ਪਰ 2015 ਦੇ ਵਿੱਚ ਕੀ ਹੋਇਆ ਜੀ? ਨੀਤੀ ਪਲੈਨਿੰਗ ਕਮਿਸ਼ਨ ਦਾ ਜਿਹੜਾ ਨਾਮ ਹੈ ਉਹ ਚੇਂਜ ਕਰਕੇ ਕੀ ਬਣਾ ਦਿੱਤਾ ਗਿਆ ਜੀ? ਨੀਤੀ ਆਯੋਗ ਬਣਾ ਦਿੱਤਾ ਗਿਆ। ਠੀਕ ਹੈ। ਅਤੇ ਹੋਰ ਇਹਨੂੰ ਸਰਕਾਰ ਦਾ ਥਿੰਕ ਟੈਂਕ ਵੀ ਕਿਹਾ ਜਾਂਦਾ ਹੈ। ਪੇਪਰ 'ਚ ਪੁੱਛ ਲੈਂਦੇ ਨੇ, ਥਿੰਕ ਟੈਂਕ ਸਰਕਾਰ ਦਾ ਕਿਹਨੂੰ ਕਿਹਾ ਜਾਂਦਾ ਜੀ? ਨੀਤੀ ਆਯੋਗ ਨੂੰ ਕਿਹਾ ਜਾਂਦਾ ਹੈ। ਸੁਸ਼ੀਲ ਚੰਦਰ ਆਪਸ਼ਨ ਦੇ ਵਿੱਚ ਪਿਆ ਤਾਂ ਮੈਨੂੰ ਗੱਲ ਯਾਦ ਆਉਂਦੀ ਹੈ, ਜਿਹੜੇ ਹੁਣੇ ਚੇਂਜ ਹੋਏ ਨੇ ਜੀ ਚੀਫ ਇਲੈਕਸ਼ਨ ਕਮਿਸ਼ਨਰ, ਮੁੱਖ ਚੋਣ ਆਯੋਗ ਨੇ ਜਿਹੜੇ, ਉਹ ਆਪਣੇ ਐਟ ਪ੍ਰੈਜ਼ੈਂਟ ਕੌਣ ਬਣੇ ਨੇ ਜੀ? ਸੁਸ਼ੀਲ ਚੰਦਰਾ। ਠੀਕ ਹੈ ਜੀ। ਅਤੇ ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਪੇਪਰ 'ਚ ਪੁੱਛ ਲੈਣ ਕੌਣ ਸੀਗੇ? ਤਾਂ ਤੁਸੀਂ ਕਹੋਗੇ ਜੀ ਸੁਕੁਮਾਰ ਸੇਨ। ਠੀਕ ਹੈ ਜੀ। ਜੇ ਮੈਂ ਸਾਫ਼ ਨਾ ਲਿਖ ਪਾਇਆ ਹੋਵਾਂ ਦੁਬਾਰਾ ਲਿਖ ਦਿੰਦਾ, ਸੁਕੁਮਾਰ ਸੇਨ। ਠੀਕ ਹੈ। ਇੰਨੀ ਕੁ ਇਨਫੋਰਮੇਸ਼ਨ ਤੁਸੀਂ ਯਾਦ ਰੱਖਣੀ ਹੈ। ਜੇ ਸੈਸ਼ਨ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਸ਼ੇਅਰ ਕਰਿਓ, ਸਪੋਰਟ ਕਰਿਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਪਾਂ ਜਿਹੜਾ ਤਿਆਰੀ ਕਰਵਾਉਂਦੇ ਹਾਂ ਉਹ ਆਫਲਾਈਨ ਵੀ ਤਿਆਰੀ ਕਰਵਾਉਂਦੇ ਹਾਂ। ਅਤੇ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।